ਉਹ ਨਾਰਾਇਣ ਜੋ ਆਪ ਇਸ ਜੱਗ 'ਤੇ ਆਇਆ ਸੀ, ਉਹਨਾਂ ਨੇ ਸਾਨੂੰ ਉਹ ਆਪਣੇ ਉਸ ਜੀਵਨ ਸ਼ੈਲੀ ਦੇ ਵਿੱਚੋਂ ਦੀ ਉਹ ਬਕਾਇਦਾ ਉਹਨਾਂ ਘਟਨਾਵਾਂ ਦੇ ਵਿੱਚੋਂ ਦੀ ਲੰਘਾ ਕੇ ਪ੍ਰੈਕਟੀਕਲ ਕਰ ਕਰਕੇ ਸਾਨੂੰ ਦੱਸਿਆ। ਔਰ ਉਸ ਪ੍ਰੈਕਟੀਕਲ ਦੇ ਵਿੱਚੋਂ ਹੀ ਉਹਨਾਂ ਨੇ ਫਿਰ ਬਾਣੀ ਰਚੀ, ਔਰ ਬਾਣੀ ਦੇ ਵਿੱਚ ਸਾਡੇ ਲਈ ਉਹਨਾਂ ਨੇ ਨਿਯਮ ਨਿਰਧਾਰਿਤ ਕਰ ਦਿੱਤੇ। ਜੋ ਆਪਾਂ ਪਹਿਲਾ ਨਿਯਮ ਸਮਝਿਆ ਸੀਗਾ ਉਹ ਸੀਗਾ ਵਿਵੇਕ ਬੁੱਧੀ ਦਾ, ਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੀ ਜਿਹੜੀ ਘਟਨਾ ਹੁੰਦੀ ਹੈ, ਜਦੋਂ ਉਹ ਪਾਂਧੇ ਦੇ ਪਾਸ ਪੜ੍ਹਨੇ ਜਾਂਦੇ ਨੇ ਤਾਂ ਉਸ ਘਟਨਾ ਦੇ ਵਿੱਚੋਂ ਜੋ ਨਿਕਲ ਕੇ ਆਉਂਦਾ ਉਹ ਪੱਟੀ ਲਿਖੀ ਆਉਂਦੀ ਆ। ਹੁਣ ਪਾਂਧੇ ਦੇ ਪਾਸ ਪੜ੍ਹਨ ਜਾਣ ਵਾਲੀ ਘਟਨਾ ਨੂੰ ਅਗਰ ਆਪਾਂ ਆਈਸੋਲੇਸ਼ਨ ਦੇ ਵਿੱਚ ਸਮਝਾਂਗੇ ਤਾਂ ਸ਼ਾਇਦ ਸਾਡੀ ਗੱਲ ਨਹੀਂ ਬਣਨੀ, ਪਰ ਜਦੋਂ ਅਸੀਂ ਉਹਨੂੰ ਪੱਟੀ ਲਿਖੀ ਦੇ ਨਾਲ ਇਕੱਠਾ ਕਰਕੇ ਦੇਖਣ ਦੀ ਕੋਸ਼ਿਸ਼ ਕਰਾਂਗੇ, ਨਾਲ ਸਮਝਾਂਗੇ, ਤਾਂ ਸਾਨੂੰ ਸਮਝ ਆਊਗਾ ਕਿ ਗੁਰੂ ਨਾਨਕ ਪਾਤਸ਼ਾਹ ਦਰਅਸਲ ਸਾਨੂੰ ਕਹਿ ਕੀ ਰਹੇ ਨੇ। ਉਹਨਾਂ ਨੇ ਸਾਡੇ ਲਈ ਨਿਯਮ ਕੀ ਨਿਰਧਾਰਿਤ ਕੀਤਾ, ਅਤੇ ਉਹ ਨਿਯਮ ਜੋ ਉਹਨਾਂ ਨੇ ਨਿਰਧਾਰਿਤ ਕੀਤਾ ਉਹ ਹੈ ਵਿਵੇਕ ਬੁੱਧੀ ਦਾ। ਇੱਕ ਸਿੱਖ ਦੇ ਲਈ ਗੁਰੂ ਨਾਨਕ ਵੱਲੋਂ ਵਿਵੇਕ ਬੁੱਧੀ ਦਾ ਜਿਹੜਾ ਹੈ ਉਹ ਨਿਯਮ ਦੇ ਦਿੱਤਾ ਗਿਆ। ਹੁਣ ਇਹ ਜਿਹੜਾ ਨਿਯਮ ਹੈ, ਨਿਯਮ ਕੀ ਹੁੰਦੇ ਨੇ? ਨਿਯਮ ਉਹ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਆਲਟਰ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਆਪਾਂ ਆਪਣੀ ਮਰਜ਼ੀ ਦੇ ਮੁਤਾਬਿਕ ਚੇਂਜ ਨਹੀਂ ਕਰ ਸਕਦੇ। ਸੋ ਇੱਕ ਗੈਰ ਸਿੱਖ ਲਈ ਉਹ ਵਿਵੇਕੀ ਹੋਵੇ ਜਾਂ ਨਾ ਹੋਵੇ, ਉਹ ਉਹਨਾਂ ਦੀ ਗੱਲ ਹੋ ਸਕਦੀ, ਉਹਨੂੰ ਮਾਫੀ ਮਿਲ ਸਕਦੀ ਹੈ। ਪਰ ਇੱਕ ਸਿੱਖ ਨੂੰ ਵਿਵੇਕੀ ਹੋਣਾ ਬੇਹੱਦ ਜ਼ਰੂਰੀ ਆ, ਕਿਉਂਕਿ ਇਹ ਸਾਡੇ ਗੁਰੂ ਦਾ ਨਿਯਮ ਹੈ। ਹੁਣ ਇਸੇ ਵਿਵੇਕਤਾ ਦੇ ਵਿੱਚ ਜਿਹਨੂੰ ਆਪਾਂ ਮੈਥਮੈਟਿਕਸ ਵਿੱਚ ਜਦੋਂ ਦੇਖੀਏ ਤਾਂ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਕਹਿੰਦੇ ਹੁੰਦੇ ਆ ਕਿ ਇਹ ਇੰਪੋਰਟੈਂਟ ਆ, ਇਸ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਹੁਣ ਇਹਦਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਕੀ ਆ? ਇਹ ਆਪਾਂ ਗੱਲ ਵੈਸੇ ਕਰ ਚੁੱਕੇ ਪਿਛਲੀ ਵਾਰੀ ਵੀ, ਪਰ ਫਿਰ ਵੀ, ਕਿ ਜਦੋਂ ਵੀ ਅਗਰ ਮੈਂ ਹੀ ਤੁਹਾਨੂੰ ਕਹਾਂ ਕਿ ਕੋਈ ਬਹੁਤ ਬ੍ਰਹਮ ਗਿਆਨੀ ਨੇ, ਜਾਂ ਕਿਸੇ ਨੂੰ ਮੈਂ ਮਹਾਨ ਗਿਆਨੀ ਕਹਾਂ, ਜਾਂ ਮੈਂ ਕਿਸੇ ਤਰੀਕੇ ਦੇ ਵੀ ਵਿਸ਼ੇਸ਼ਣ ਲਾ ਕੇ ਕਿਸੇ ਨੂੰ ਸੰਤ ਦੀ ਪਦਵੀ ਦੇਵਾਂ, ਜਾਂ ਮੈਂ ਕਿਸੇ ਨੂੰ ਕੋਈ ਬਹੁਤ ਵੱਡੀ ਇਸ ਤਰੀਕੇ ਦੀ ਕੋਈ ਬਾਬਾ ਜੀ ਦੀ ਪਦਵੀ ਦੇਣੀ ਚਾਹਾਂ, ਅਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ, ਉਹ ਬਹੁਤ ਪਹੁੰਚੇ ਹੋਏ ਸੰਤ ਨੇ ਜੀ, ਉਹ ਬਹੁਤ ਬ੍ਰਹਮ ਗਿਆਨੀ ਨੇ। ਹੁਣ ਇਹ ਗੱਲ ਮੈਂ ਕਹਿਤੀ, ਮੇਰੇ ਕੋਲੋਂ ਇਹ ਗੱਲ ਤੁਹਾਡੇ ਤੱਕ ਸਿਰਫ ਇਨਫੋਰਮੇਸ਼ਨ ਦੇ ਰੂਪ 'ਚ ਪਹੁੰਚਣੀ ਚਾਹੀਦੀ ਆ, ਨਾ ਕਿ ਮਾਨਤਾ ਦੇ ਰੂਪ ਦੇ ਵਿੱਚ। ਇਹ ਨਹੀਂ ਕਿ ਕਿਰਨਪ੍ਰੀਤ ਨੇ ਕਿਹਾ ਅਤੇ ਇਸ ਕਰਕੇ ਅਸੀਂ ਵੀ ਮੰਨ ਲਈਏ ਔਰ ਇਸੇ ਚੀਜ਼ ਨੂੰ ਅਸੀਂ ਵੀ ਉਸ ਬਾਬਾ ਜੀ ਨੂੰ ਅਸੀਂ ਬ੍ਰਹਮ ਗਿਆਨੀ ਕਹਿਣਾ ਸ਼ੁਰੂ ਕਰ ਦਈਏ। ਉਹ ਸਿੱਖ ਨਹੀਂ ਹੋ ਸਕਦਾ, ਕਿਉਂਕਿ ਸਿੱਖ ਨੇ ਵਿਵੇਕ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਜਿਹਨੂੰ ਮੈਂ ਬ੍ਰਹਮ ਗਿਆਨੀ ਕਹਿ ਰਹੀ ਹਾਂ, ਤੁਸੀਂ ਉਹਦੇ ਬਕਾਇਦਾ ਉਸਦੀ ਜੀਵਨ ਸ਼ੈਲੀ ਨੂੰ, ਉਸਦੇ ਕਿਰਦਾਰ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣਾ ਹੈ। ਔਰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣ ਤੋਂ ਬਾਅਦ ਜੇ ਤਾਂ ਉਹ ਗੁਰਬਾਣੀ ਦੇ ਅਕੋਰਡਿੰਗ, ਜੇ ਤਾਂ ਉਹ ਗੁਰਮਤ ਦੇ ਅਕੋਰਡਿੰਗ ਉਹ ਸਹੀ ਹੈ ਤਾਂ ਸ਼ਾਇਦ, ਔਰ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੇ ਵਿੱਚ ਬੈਠ ਰਿਹਾ, ਫਿਰ ਤਾਂ ਸ਼ਾਇਦ ਤੁਸੀਂ ਮੰਨ ਲਓ। ਪਰ ਅਗਰ ਉਹ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ ਤਾਂ ਤੁਸੀਂ ਸਿਰਫ ਮੇਰੇ ਕਹਿਣ ਦੇ ਉੱਤੇ ਮੰਨੋਗੇ ਨਹੀਂ। ਇਹ ਵਿਵੇਕਤਾ ਹੈ। ਹੁਣ ਇਹ ਇਕੱਲੀ ਕਿਸੇ ਹੋਰ ਵਾਸਤੇ ਨਹੀਂ ਹੈ, ਇਹ ਵੀ ਗੱਲ ਆਪਾਂ ਪਿਛਲੀ ਵਾਰੀ ਕੀਤੀ ਸੀ ਕਿ ਇਹ ਸਿਰਫ ਇਹ ਨਹੀਂ ਕਿ ਤੁਸੀਂ ਮੈਨੂੰ ਅਤੇ ਮੈਂ ਤੁਹਾਨੂੰ ਜੱਜ ਕਰਾਂ, ਜਾਂ ਗੁਰਬਾਣੀ ਦੀ ਕਸਵੱਟੀ ਮੈਂ ਸਿਰਫ ਤੁਹਾਡੇ ਲਈ ਲਾਵਾਂ, ਤੁਸੀਂ ਸਿਰਫ ਮੇਰੇ ਲਈ ਲਾਓ। ਇਹ ਨਹੀਂ, ਗੁਰਬਾਣੀ ਦੀ ਕਸਵੱਟੀ ਜਿੰਨੀ ਗੈਰਾਂ ਵਾਸਤੇ ਲੱਗਣੀ ਉਨੀ ਖੁਦ ਵਾਸਤੇ ਵੀ ਲੱਗਣੀ ਹੈ। ਜਿੰਨੀ ਮੈਂ ਲੋਕਾਂ ਵਾਸਤੇ ਗੁਰਬਾਣੀ ਦੀ ਕਸਵੱਟੀ ਲਾਉਣੀ ਉਨੀ ਮੈਨੂੰ ਖੁਦ ਵਾਸਤੇ ਵੀ ਲਾਉਣੀ ਪਊਗੀ। ਅਗਰ ਮੈਨੂੰ ਇਹ ਹੰਕਾਰ ਹੋਊਗਾ ਹੀ ਨਹੀਂ, ਜੇ ਗੁਰਬਾਣੀ ਦੀ ਕਸਵੱਟੀ ਲੱਗ ਜੇ ਫਿਰ ਹੰਕਾਰ ਨਹੀਂ ਹੋਊਗਾ, ਕਿਉਂਕਿ ਫਿਰ ਸਮਝ ਆ ਜਾਊਗੀ ਕਿ ਆਪਣੀ ਔਕਾਤ ਕਿੰਨੀ ਕਾ। ਪਰ ਅਗਰ ਮੈਨੂੰ ਕਿਤੇ ਇਹ ਹੰਕਾਰ ਹੋ ਜੇ ਕਿ ਗਿਆਨ ਬਹੁਤ ਆ ਜੀ, ਤਾਂ ਫਿਰ ਮੈਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਆਪਣਾ ਗਿਆਨ ਪਰਖਣਾ ਪਊਗਾ ਵਿਵੇਕ ਬੁੱਧੀ ਦੇ ਵਿੱਚੋਂ, ਜੇ ਮੈਂ ਸਿੱਖਾਂ ਤੇ। ਔਰ ਮੈਨੂੰ ਸਮਝਣਾ ਪਊਗਾ ਕਿ ਗੁਰੂ ਨਾਨਕ ਗਿਆਨ ਕਹਿੰਦੇ ਕਿਹਨੂੰ ਨੇ, ਔਰ ਕਿਆ ਮੇਰਾ ਗਿਆਨ ਉਸ ਕਸਵੱਟੀ ਉੱਤੇ ਪੂਰਾ ਖਰਾ ਉਤਰਦਾ। ਜੇ ਤਾਂ ਗੁਰੂ ਨਾਨਕ ਦੀ ਡੈਫੀਨੇਸ਼ਨ ਦੇ ਵਿੱਚ ਮੇਰਾ ਗਿਆਨ ਫਿੱਟ ਬੈਠਦਾ, ਫਿਰ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਕਰ ਸਕਦੀ ਹਾਂ। ਅਤੇ ਜੇ ਗੁਰੂ ਨਾਨਕ ਦੀ ਕਸਵੱਟੀ ਉੱਤੇ ਮੇਰਾ ਗਿਆਨ ਖਰਾ ਨਹੀਂ ਉਤਰਦਾ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ, ਕਿਸੇ ਹਾਲਤ ਵਿੱਚ ਨਹੀਂ ਕਰ ਸਕਦੀ। ਔਰ ਇਹ ਇੰਪੋਰਟੈਂਟ ਆ, ਇਹ ਗੱਲ ਬਹੁਤ ਇੰਪੋਰਟੈਂਟ ਆ, ਇਹਨੂੰ ਸਮਝਣਾ ਬਹੁਤ ਇੰਪੋਰਟੈਂਟ ਆ। ਹੁਣ ਇਸੇ ਤਰੀਕੇ ਨਾਲ ਹੀ ਜਿਹੜੀ ਬ੍ਰਹਮ ਗਿਆਨੀਆਂ ਦੀ ਗੱਲ ਕੀਤੀ ਸੀਗੀ, ਤਾਂ ਉਸੇ ਤਰੀਕੇ ਨਾਲ ਹੀ ਤੁਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਹੀ ਅਸੀਂ ਬ੍ਰਹਮ ਗਿਆਨੀਆਂ ਨੂੰ ਵੀ ਪਰਖਣਾ, ਉਹਨਾਂ ਦੇ ਜੀਵਨ ਕਾਲ ਨੂੰ ਪਰਖਣਾ ਕਿ ਉਹ ਜੋ ਕਹਿ ਰਹੇ ਨੇ, ਕਿਆ ਉਹ ਸਾਡੇ ਗੁਰੂ ਨੇ ਸਾਨੂੰ ਦਿੱਤਾ ਜਾਂ ਸਾਡੇ ਗੁਰੂ ਨੇ ਉਹ ਕਿਹਾ। ਉਸ ਤੋਂ ਅਗਲੀ ਗੱਲ ਜਿਹੜੀ ਇਹ ਗੱਲ ਆ ਕਿ ਵਿਵੇਕ ਬੁੱਧੀ ਜਿਹੜੀ ਆ ਉਹ ਸਾਡਾ ਪਹਿਲਾ ਨਿਯਮ ਹੈ। ਹੁਣ ਇਸੇ ਨਿਯਮ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਉਸ ਤੋਂ ਉੱਪਰ ਸਾਡੇ ਵਾਸਤੇ ਜਿਹੜੇ ਸਾਡੇ ਰੂਲਸ ਨੇ ਉਹ ਬਕਾਇਦਾ
ਨਿਰਧਾਰਿਤ ਕਰ ਦਿੰਦੇ ਨੇ, ਜੋ ਸਿੱਖ ਧਰਮ ਦੇ ਰੂਲ ਨੇ, ਜੋ ਨਿਯਮ ਨੇ, ਉਹ ਨਿਰਧਾਰਿਤ ਕਰ ਦਿੰਦੇ ਨੇ। ਜੇ ਤਾਂ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਕਰ ਰਹੇ ਹਾਂ, ਫਿਰ ਤਾਂ ਅਸੀਂ ਗੁਰੂ ਨਾਨਕ ਦੇ ਵੱਲ ਨੂੰ ਮੂੰਹ ਕਰਕੇ ਗੁਰੂ ਨਾਨਕ ਵੱਲ ਨੂੰ ਕਦਮ ਵਧਾ ਰਹੇ ਹਾਂ। ਫਿਰ ਗੁਰੂ ਨਾਨਕ ਪਾਤਸ਼ਾਹ ਜ਼ਰੂਰ ਟੁੱਟਣਗੇ ਔਰ ਜ਼ਰੂਰ ਸਾਡੇ ਵੱਲ ਨੂੰ ਆਉਣਗੇ। ਪਰ ਜੇਕਰ ਅਸੀਂ ਉਹਨਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਾਂ, ਅਸੀਂ ਉਹ ਨਿਯਮ ਮੰਨਦੇ ਹੀ ਨਹੀਂ, ਤਾਂ ਫਿਰ ਅਸੀਂ ਇਹ ਭੁੱਲ ਜਾਈਏ ਕਿ ਗੁਰੂ ਨਾਨਕ ਪਾਤਸ਼ਾਹ ਕਦੀ ਸਾਡੇ 'ਤੇ ਤਰਸ ਖਾਣਗੇ।